ਅੱਜ ਦੀ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦੇ ਵਿਸ਼ਿਆਂ ਦੀ ਵਿਚਾਰ ਸਾਂਝੀ ਕਰਨਗੇ। ਤਾਂ ਅੱਜ ਦੀ ਵਿਚਾਰ ਜਿਹੜੇ ਹਨ ਸ਼ੁਭ ਗੁਣਾਂ ਦੇ ਉੱਤੇ ਆਧਾਰਿਤ ਹੈ। ਤਾਂ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਰਮ ਸਨਮਾਨਯੋਗ ਗੁਰੂ ਸਵਾਰਿਓ, ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਸ਼ੁਭ ਗੁਣਾਂ ਦੇ ਉੱਤੇ ਵਿਚਾਰ ਕਰ ਰਹੇ ਹਾਂ। ਧਾਰਮਿਕ ਮਾਰਗ ਵਿੱਚ ਜਿਨ੍ਹਾਂ ਗੁਣਾਂ ਨੂੰ ਪ੍ਰਧਾਨਤਾ ਦਿੱਤੀ ਗਈ ਹੈ, ਔਰ ਜਿਹੜੇ ਔਗੁਣਾਂ ਤੋਂ ਬਚਣ ਦੀ ਗੱਲ ਕੀਤੀ ਗਈ ਹੈ, ਇਹ ਵਿਚਾਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਪਿਛਲੇ ਹਫ਼ਤੇ ਅਸੀਂ ਵਿਰਾਗ ਦੀ ਗੱਲ ਕੀਤੀ ਸੀ। ਵਿਰਾਗ ਕਿਸ ਨੂੰ ਕਹਿੰਦੇ ਨੇ ਔਰ ਗੁਰਮਤਿ ਦਾ ਵਿਰਾਗ ਕੀ ਹੈ। ਉਹਦੇ 'ਚ ਅਸੀਂ ਲਾਸਟ ਜਦੋਂ ਸਮਾਪਤੀ ਕੀਤੀ ਸੀ ਕਿ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਵਿਰਾਗ ਸਭ ਤੋਂ ਉੱਤਮ ਹੈ। ਉਹ ਵਿਰਾਗ ਜਿਹੜਾ ਪ੍ਰਭੂ ਦੇ ਪਿਆਰ ਦੇ ਵਿੱਚੋਂ ਪੈਦਾ ਹੁੰਦਾ ਹੈ। ਵਿਚਾਰ ਕਰਕੇ ਸੰਸਾਰਕ ਦੁੱਖਾਂ ਤੋਂ ਤੰਗ ਆ ਕੇ ਵਿਰਾਗ ਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਪਦਾਰਥਾਂ ਦਾ ਨਾ ਹੋਣਾ ਵਿਰਾਗ ਨਹੀਂ ਹੈ, ਬਲਕਿ ਸਭ ਕੁਝ ਹੁੰਦਿਆਂ ਹੋਇਆਂ ਨਿਰਲੇਪ ਰਹਿਣਾ ਹੀ ਤਿਆਗ ਹੈ। ਇਹੀ ਵਿਰਾਗ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਰਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਈ ਹੈ ਮੁਕਤ। ਇਸ ਸਿਧਾਂਤ ਗੁਰੂ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਵੀ ਦਿੱਤਾ ਹੈ। ਇੱਥੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ ਦਾ ਸੰਦੇਸ਼ ਦਿੱਤਾ ਗਿਆ ਹੈ। ਅੱਜ ਅਸੀਂ ਅਗਲੀ ਵਿਚਾਰ ਕਰਾਂਗੇ ਜੋ ਛੋਟੇ ਗੁਣ ਜਾਪਦੇ ਹਨ ਪਰ ਹੈ ਬੜੇ ਵੱਡੇ। ਤੋ ਦਇਆ ਇੱਕ ਐਸਾ ਗੁਣ ਹੈ ਜਿਸ ਨੂੰ ਧਰਮ ਦਾ ਮੂਲ ਮੰਨਿਆ ਗਿਆ ਹੈ। ਅੱਜ ਅਸੀਂ ਦਇਆ ਤੋਂ ਸ਼ੁਰੂ ਕਰਦੇ ਹਾਂ। ਦਇਆ ਕੀ ਚੀਜ਼ ਹੈ? ਅਸਲ 'ਚ ਕਿਹਾ ਜਾਂਦਾ ਹੈ ਕਿ ਦਇਆ ਦੇ ਵਿੱਚੋਂ ਹੀ ਧਰਮ ਦਾ ਜਨਮ ਹੁੰਦਾ ਹੈ ਤੇ ਧਰਮ ਦੀ ਮੁੱਢਲੀ ਪਰਿਭਾਸ਼ਾ ਦਇਆ ਹੈ। ਦਇਆ ਹੈ ਕੀ ਚੀਜ਼? ਕਿਸੇ ਪ੍ਰਾਣੀ ਨੂੰ ਦੁਖੀ ਦੇਖ ਕੇ ਦਿਲ ਦਾ ਪੰਘਰ ਜਾਣਾ, ਦੂਸਰੇ ਦੇ ਦੁੱਖ ਨੂੰ ਅਨੁਭਵ ਕਰਕੇ ਮਹਿਸੂਸ ਕਰਕੇ ਉਸ ਨੂੰ ਦੂਰ ਕਰਨ ਦਾ ਯਤਨ ਕਰਨਾ, ਦੁੱਖ ਵਿੱਚ ਕਿਸੇ ਦੀ ਸਹਾਇਤਾ ਕਰਨੀ, ਸੇਵਾ ਸੰਭਾਲ ਕਰਨੀ, ਉਹਦੀ ਰੱਖਿਆ ਕਰਨੀ, ਉਹਦੀ ਮਦਦ ਕਰਨੀ। ਇਹ ਮਦਦ ਆਰਥਿਕ ਵੀ ਹੈ, ਫਿਜ਼ੀਕਲ ਵੀ ਹੈ, ਹੱਥਾਂ ਨਾਲ ਵੀ ਹੈ, ਪੈਸੇ ਨਾਲ ਵੀ ਹੈ। ਇਹ ਸਭ ਇੱਕ ਬਹੁਤ ਵੱਡਾ ਇਖਲਾਕੀ ਗੁਣ ਹੈ। ਇਨਸਾਨ ਨੂੰ ਦੇਖ ਕੇ ਦਿਲ ਵਿੱਚ ਦਇਆ ਨਹੀਂ ਆਉਂਦੀ, ਫਿਰ ਉਹ ਇਨਸਾਨ ਨਹੀਂ, ਹੈਵਾਨ ਹੈ। ਇਹ ਤਾਂ ਪੱਥਰ ਦਿਲ ਦੀ ਗੱਲ ਕੀਤੀ ਗਈ ਹੈ। ਇੱਥੇ ਜਿਹੜੀ ਗੱਲ ਸਤਿਗੁਰੂ ਨੇ ਜਪ ਬਾਣੀ ਵਿੱਚ ਸਾਨੂੰ ਕਹੀ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਤਾਪ ਰੱਖਿਆ ਜਿਨ ਸੂਤ। ਫਿਰ ਆਸਾ ਕੀ ਵਾਰ 'ਚ ਅਸੀਂ ਪੜ੍ਹਦੇ ਹਾਂ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਉੱਥੇ ਪੁੰਨ ਦਾਨ ਉਹ ਨਹੀਂ ਹਨ ਜੋ ਦੂਜੇ ਧਰਮਾਂ ਵਿੱਚ ਹਨ।
इत्थे संसार की निरंकारी बनने लई संसार की मदद की गल की है। कहते हैं बाल हरगोबिंद छोटे हैं, जिक्र तकरीबन 1597-98 या कुछ इसके नेड़े तेड़े होएगा। लाहौर दियां गलियां विच काल पै गया, लाहौर शहर विच काल पै गया, लाहौर दियां गलियां मुर्दियां नाल भर गईयां। बदबू मुर्दियां दी संभाल करने वाला कोई नहीं। कि गुरु अर्जन देव महाराज सच्चे पातशाह रहमत के घर बख्शियां के घर विच आउण वाले तड़फदी हुई मनुखता नूं देख के अपनियां वहीरां उधर कर दित्तियां। सिੱਖੀ विच आई हुई दसवंध की माया भी उन्हां लाहौर दीयां लोड़वंदां दे उत्ते खर्च कर दित्ती। ये दया की एक उदाहरण साडे सामने कीती है। जिस तरह जगत जलंधर नूं तड़फदा होया देख के गुरु नानक देव महाराज ने परिवार की ममता तो उत्ते उठ के उस निरंकार की बनाई हुई खलकत नूं प्रेम नूं अपने कलावे विच लैण लई संसार की यात्रा भाव उदासियां शुरू कीतियां, जिन्हां नूं भाई गुरदास जी ने अपने शब्दां च लिखिया। बाबा देखे ध्यान धर जलती सब पृथ्वी दिसे आई, बाजों गुरु गुबार है करदी सुनी लगाई। हाहाकार मची हुई है, तरा रही है दुनिया, कुरला रही है। अमीर गरीब नूं मार रहा है, राजा प्रजा दा खून पी रहा है। धार्मिक आगू धर्म के नां ते लुट रहे हैं, धर्म के नां ते वड्डियां पईयां होईयां हन। समाज नूं शूदर ते वड्डियां श्रेणी च वंड दिता गया है। इस तो वड्डी कुरलाहट की होवे। बाबे ने देखिया सब कुछ सड़दा होया नजर आया इन्हां औगणां दे विच। हाहाकार मची हुई है। बाबा कोई चुप करके बैठ गए। बाबा परिवारी है, बाबा गृहस्थी है, लेकिन बाबे ने मौन नहीं तार ली। बाबा घर छड़ के दुखा नूं चला नहीं गया। लोगों का दुख देख के बाबे ने जंगलों नूं अपना ठिकाना नहीं बनाया। बाबे भेख बनाया, उदासी की रीत चलाई। होया कि चढ़िया सोधन तरत लुकाई, तरत लुकाई नूं सोधन लई बाबा चल पिया। भाव दया दे नाल भरिया होया हिरदा है बाबे गुरु नानक देव पातशाह दा। दीपालपुर की धरती ते पहुंचते हैं। अमृतसर तो 6 मील की दूरी ते लेंदे वाले पासे पिंड है दीपालपुर। मैं पहला भी जिक्र किया इस गल का। उत्थे जाके देखिया पिंड तो बाहर एक झोंपड़ी बनी हुई, जिहदे विचों किसी दे कुरलाम की आवाज आ रही है। सतगुरु उधर नूं चल पे। जब प्यारां की आवाज सुनी, उस कुरलाहट वाले कुरलांदे हुए व्यक्ति ने तो आवाज मारी, तुसीं कौन हो, मेरे नेड़े ना आना, मैनू पिंड वालियां ने पिंड तो बाहर कढ़ दिता है, मैनू कोढ़ हो गया, मैं कोढ़ दा रोगी हो गया हाँ, ये छूत की बीमारी है, मेरे नेड़े ना आना। बाबा वैद रोगियों का है। बाबा तड़फते हुए हिरदियां नूं ठंड पाउण लई तां आया है। बाबे दे हिरदे चों दया छलक रही है। इस बाबे ने उस रोगी दे झोंपड़ी का पर्दा पासे पासे किया, जो कान्हे फूसियां दे बनाए हुए वो दरवाजे से उन्होंने परे किते ते जाके आवाज दी, हाँ भाई दस जी, मैं कोढ़ी हाँ, मेरे कोढ़ का रोग हो गया। ते हजूर का जवाब सी, कोढ़ी वो नहीं हुंदा
जिसका शरीर रोगी हो जाए। असल में कोड़ी वो हुंदा है जिहड़ा अंदरों अपने असले की पहचान ना करे। जियो तप्त है बारों बार, तप तप खपे बहुत बेकार। उत्थे बाबे ने आख्या जय धन बाणी बिसर जाए, जो पक्का रोगी बिल आए। मालिक ने अपने हत्थां नालों चेहरे नूं साफ किया है। गुरु नानक पातशाह की दया की कहानी क्या खूबसूरत है, जिन्होंने लोग नफरत करके घर विचों कढ़ दिंदे हन। गुरु नानक पातशाह उहदे हत्थां नाल चेहरे नूं साफ करते हैं। ये दया का सिद्धांत गुरु नानक जी ने पहला ही सानू दस्या है। दुखीए दा दुख देख के मन अंदर तरस आना, ये दया है। लोड़वंद दे गर्ज पूरी करने लई मन ने अंदरों आवाज देनी, ये दया है। पर दया एक गुण तां वधिया सी, पर इस गुण नूं अहिंसा नूं हिंदुस्तान वहम ते भरम की शक्ल दे दी गई। किसी नाल लड़ना नहीं, कोई जीव नहीं मारना, किसी को दुख नहीं देना। इन्हां गल्लां ने देश विच कायरता, बुजदली, निर्बलता लै आती। यही कारण सी कि मीर कासम थोड़े जे सिपाहियां नाल इस देश विच आया ते इहनूं गुलाम बना लिया, और 12वीं सदी विच गुलामां दा अगों फिर गुलाम बन गया। यही कारण सी जिहड़ी कायरता ते बुजदली इस दया दे नां दे उत्ते, अहिंसा दे नां दे उत्ते इस भारत वर्ष के लोगों नूं धर्म ते वहम दियां इन्हां जंजीरां विच जकड़िया होयां नूं गुलामी दीयां जंजीरां विच पैना पै गया। इन्हां गल्लां ने देश के अंदर बुजदली पैदा कर दी, बेरुखी जी जीवन विच पैदा कर दी। कुछ मतां ने तां इत्थों तक भी गल कर दी कि पानी विचों लंघण नाल जीव मरदे हन, इसलिए पानी विचों लंघना भी मना है। साह लैण नाल जीव अंदर चले जाते हैं, इसलिए मूँह अगे पट्टी बन लो, मूँहां दे उत्ते पट्टियां बन रही। रात नूं दीवा नहीं जगाउणा, क्योंकि शाम नूं दीवे की लाड़ के उत्ते कीड़े पतंगे आके सड़ जाते हैं। ये हदों वधी हुई दया ने सचमुच सूरबीरता नूं खत्म कर दिता, बहादुरी मुक गई। पहले ही बेनती की है, इस बहादुरी मुकण का नतीजा सी गुलामी दीयां जंजीरां। जिहड़ियां कौमां इस सिद्धांत नूं पहचानदियां नहीं, केवल फोकी दया के नां दे उत्ते अहिंसा के पुजारी बन जाते हैं, वो बाद विच गुलामी दीयां जंजीरां विच पैंदे हैं। किसी नूं देख के जुल्म का टाकरा तां की करना, इत्थे तक किसी नूं देखे जुल्म हुंदियां देख के भी दूजे लफ्जां ये कह लीए गश खा के डिग पैना बुजदला दा सुभाव बन गया। यह व्यक्ति ने रण क्षेत्र विच दुश्मन नाल की जूझना है, की लड़ना है, जिसने केवल दया की आड़ हेठ अपने अंदर कमजोरी पैदा कर ली। सिख धर्म ने वहम ते भरम वाली दया नहीं दी। इत्थे तो आत्मक आनंद दीयां उच्चियां अडारियां की गल की गई है। इस वत ने सहज योग की गल की है, इत्थे दा विस्मादी आनंद की गल की है। इत्थे तां वो प्रकाश की गल की है जो प्रभु के प्यारिਆਂ ਨੂੰ इस संसार में रहंदियां होया मिलता है। मन, शरीर, कुदरत, संसार दे नाल इकमिक हो गए जो आनंद मिलता है।
टैगोर ने एक गल लिखी सी उस आनंद बारे, मेरे शरीर ते मेरे अंग अंग विच अशोह परमात्मा दी शोह, मेरे शरीर ते मेरे अंग अंग विच अशोह परमात्मा दी शोह एक उस नाल एक आनंदमयी झरनाड़ जी छिड़ जाती है। इस आनंद की गल की है, इहनूं विस्माद दशा कहा जाता है। ये विस्माद दशा फूकी अहिंसा विचों पैदा नहीं हुंदी। इत्थे गुरु 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 पातशाह ने जिहड़ी मर्यादा सानू दित्ती, वो दीन दी रखिया, दुखियां दी सेवा, उहदी सहायता करनी दसी है। जिथे ये चीज़ां दित्तियां नाल ते सूरबीरता भी सानू दित्ती है। बंदगी भगती है, तलवार शक्ति है, मीरी ते पीरी दा सुमेल कीता, भगती ते शक्ति नूं इकट्ठिया कीता है। राजयोग दा फार्मूला गुरु नानक दे घर ने दिता है। वो राजयोग इस फोकी दया विचों पैदा नहीं हुंदा। वो राजयोग तां भाव भगत गुरमती पाए, होमे विचों शब्द चलाए, कुछ जो पैदा हुंदा है। भाव ते प्रेमा भगती विचों पैदा हुंदा। वो दया विचों उहदा जन्म हुंदा है। एक जालम या पापी मनुख दूजिਆਂ ਨੂੰ दुख दे के खुशी महसूस करता है, पर गुरमत ने ऐसे मनुख ਨੂੰ सजा देनी ਜਾਂ ऐसे मनुख ਨਾਲ टक्कर ਲੈਣੀ ਪੁੰਨ ਦਾ ਕਰਮ ਦੱਸਿਆ ਹੈ, ਜਿਹੜਾ ਸਮਾਜ ਲਈ ਲਾਨਤ ਹੋਵੇ, ਸਮਾਜ ਲਈ ਗ੍ਰਹਿਣ ਹੋਵੇ। गुरु पातशाह ने अपने जीवन काल में ये चीज़ां करके दसियां। एक जहरीले नाग नूं, जहरीले सप नूं, एक जहरीले दुश्मन नूं, दरिंदे नूं मार देना, ये हिंसा नहीं, ये तो हजारां जीवां उत्ते दया करनी है। गुरमत ने इहो जी दया नूं प्रवान कीता है। दरिंदगी दरिंदियां नूं मारना और संसार विच हो रहे जुल्म के खिलाफ अपनी आवाज को चुकना, ये दया है। असल में इस दया की गल की है। और यह भी गल जानना, दया का स्वरूप गुरु हरगोबिंद महाराज मौसम खानी लिखता है, जंग के मैदान में लड़दियां 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 किसी दुश्मन की पग उतर जाती, तो गुरु हरगोबिंद महाराज तलवार के वार नूं रोक लेंदे ते कहते, भले मानस अपनी दस्तार संभाल, मैं तेरी इज्जत उतारन लई लड़ाई के मैदान में नहीं आया, मेरी लड़ाई जुल्म के खिलाफ। ऐसी दया है जिस विच दया भी है, जिस विच भगती भी है, जिस विच शक्ति भी है, क्योंकि इत्थे लड़ाई जुल्म के खिलाफ है, ना कि किसी व्यक्ति के खिलाफ हो रही है। इस वास्ते गुरमत ने ये गल समझाई है कि बिना कारण किसी को दुख नहीं देना चाहिए, पर जो सब नूं दुख देवे उसनूं खत्म करना भी सच्ची दया है। बिना कारण किसी को दुख नहीं देना चाहिए, पर जो सारियां नूं दुख देवे उहदे खिलाफ आवाज नूं चुकना ते बुलंद करना भी ये दया है। इसे करके गुरु नानक बाबर नूं जाबर कहते हैं, क्योंकि उसने हिंदुस्तान की आबरू नूं लुटिया है और उहदे खिलाफ आवाज चुकन लई कैदी भी बनना पिया। लेकिन गुरु नानक पातशाह जी ने, गुरु नानक साहब जी ने अपनी आवाज बंद नहीं की, क्योंकि उन्होंने आवाज में दया भी है, सच भी है, रब्बी बोल भी हैं, रब्बी प्यार भी है, मनुखता का प्यार भी नजर आता है उस आवाज में, जिहड़ी आवाज गुरु नानक देव महाराज ने चुकी है। इसे आवाज, इसे दया की गल की गुरु अमरदास महाराज ने
भी सिख गऊ मुख होए रहे, पर बने आवे तो थोड़े बहुतियां की परवाह ना करे। वाहिगुरु हमेशा सच के हक में होकर लड़ता है और सच की हमेशा जित होंगी है। ये दया की गल की है। जिस दया लई गुरु अर्जन देव महाराज तत्तियां तवियां दो बैठे हैं। नेगा दा बाल पिंडे ते झलिया है, गर्म रेत शीश विच पुआई है, उहदी गल की गई है। तो गुरमत विच दया का दायरा छोटा नहीं है। इस वास्ते उस दया के करके ही कौम को दसवंध कढ़न की परंपरा चलाई गई। अपनी कीती किरत विचों जिहड़ा हिस्सा गुरु का है वो दया के कारजां लई वरतन नहीं है। वो अपने पर जद्दी जदादा बनाने लई नहीं, या अपने बैंक भरन लई नहीं, या गुरुद्वारियां दे पत्थर लाउण लई नहीं। वो मर्यादा जो चलाई गई वो कौम की लोक की सेवा कर लोगों की सेवा करने लई चलाई गई। ये असल में दया का संकल्प जो गुरमत ने सानू दिता है। मैं पहला बेनती की, धर्म का मूल दया है। जिस हिरदे में दया पैदा नहीं हुई वो मसान वर्गे हैं, कोरे हैं, उन्होंने अंदर कोरापन है। इस वास्ते दया एक वड्डा गुण है। धर्म की दुनिया में जिन्होंने गुरबाणी ने बार 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 सानू गल ये कह के समझाई, पर का बुरा ना रखो चीत, किसी का बुरा ना चितमना ही सद्या है। जो असीं किसी का बुरा रखते हैं, बुरा सोचते हाँ, फिर दुश्मनी है। पर जो उन्होंने सोचा मंडलों में असीं किसी की भलाई की गल सोचते हाँ, ये दया है। तो गुरु घर ने गुरमत ने फोकी दया नूं प्रवान भी नहीं किया ते सच लई दया धारण करन तो इनकार भी नहीं किया। जिहड़ी गुरमत का मार्ग है, इत्थे गल स्पष्ट हो जाती है कि गुरमत विच दया दूजिआं नालों एक वखरा संदेश ते वखरा रूप प्रगट करती है। अगली विचार करते हैं संतोख। संतोख की है? मिले हुए प्राप्त हुए पदार्थों को वरत के एक मर्यादा विच, एक संजम विच जीवन को निर्वाह करना का नाम संतोख है। जो कुछ साडे पास है, जिहो जिहा है, उहदे विचों संजम नाल उहदा इस्तेमाल करना ते फिर उस करतार नूं कदी उलांभा ना देना, यह असल में संतोख की गल है। संतोख तो वध के मानसिक सुख नहीं हो सकता। जिसनों संतोख आ गया वो रज गया। संतोख रजन की निशानी है। जीवन जीवन के लिए, जीवन निर्वाह के लिए लोड़ अनुसार वित अनुसार यतन करना चाहिए है। उस यतन विचों प्राप्त हुए पदार्थों को वरत के जीवन में खुशी महसूस करनी चाहिए है। तृष्णा ते लालच में फस के दूजियां की हालत को वेख के सड़ना नहीं, कुरजना नहीं, पाप की कमाई नहीं करनी, असल में इहो ही संतोख है। किसी वाल देख के मन कदी उलांभा ना दे, किसी दियां चंगियां चीज़ां नूं वेख के मन निरंकार नाल नाराज ना हो जाए। असल में दया, असल में संतोख इहो है। जो कुछ है, जिहो जिहा है, उन्होंने खिड़े मत्थे प्रवान कर लैने का नाम ही संतोख है। क्योंकि कुछ भी तो संसार में उसकी मर्जी तो बिना हो नहीं सकता।
ਨਿਰੰਕਾਰ ਦੀ ਮਰਜ਼ੀ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਦਾ। ਤੇ ਫਿਰ ਜੋ ਕੁਝ ਹੈ, ਜਿਹੋ ਜਿਹਾ ਹੈ, ਜਿਸ ਤਰ੍ਹਾਂ ਦਾ ਹੈ, ਉਹਨੂੰ ਖਿੜੇ ਮੱਥੇ ਸਵੀਕਾਰ ਕਰ ਲੈਣ ਦਾ ਨਾਮ ਹੀ ਸੰਤੋਖ ਹੈ। ਗੁਰੂਬਤ ਨੇ ਜਿਹੜੀ ਗੱਲ ਸਮਝਾਈ ਹੈ ਕਿ ਜੇ ਅਸੀਂ ਜੀਵਨ ਦੀਆਂ ਲੋੜਾਂ ਨੂੰ ਕਿਤੇ ਸਮਝ ਲਈਏ ਜਾਂ ਜੀਵਨ ਦੀਆਂ ਲੋੜਾਂ ਨੂੰ ਕੁਝ ਕਾਬੂ ਵਿੱਚ ਕਰ ਲਈਏ, ਇਹਦੇ ਨਾਲ ਵੀ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਇਛਾਵਾਂ ਹੀ ਹਨ ਜਿਹੜੀਆਂ ਸਾਨੂੰ ਨਿਰੰਕਾਰ ਨਾਲ ਜੁੜਨ ਨਹੀਂ ਦਿੰਦੀਆਂ। ਪਰ ਜੇ ਕਰਮ ਕਰੀਏ ਇਹਨਾਂ ਨੂੰ ਉੱਤੇ, ਜੇ ਅਸੀਂ ਲੋੜਾਂ ਨੂੰ ਇੱਕ ਉੱਤੇ ਲੋਕ ਲਗਾ ਕੇ ਰੱਖੀਏ, ਕਿਉਂਕਿ ਕੁਝ ਲੋੜਾਂ ਬੇਲੋੜੀਆਂ ਹੀ ਹੁੰਦੀਆਂ ਹਨ। ਜੇ ਸਾਡਾ 4 ਪੈਂਟਾਂ ਨਾਲ ਕੰਮ ਚੱਲਦਾ ਤਾਂ ਫਿਰ 40 ਸਵਾ ਕੇ ਰੱਖਣ ਦਾ ਕੋਈ ਫਾਇਦਾ ਨਹੀਂ। ਸੰਤੋਖ ਦਾ ਭਾਵ ਕੀ ਹੈ? ਤੇ ਸੰਤੋਖ ਤੋਂ ਬਿਨਾਂ ਜੀਵਨ ਵਿੱਚ ਕੋਈ ਰੱਜਦਾ ਹੀ ਨਹੀਂ। ਜਿਸ ਕੋਲ ਸੰਤੋਖ ਨਹੀਂ, ਉਹਦੇ ਕੋਲ ਰੱਜ ਵੀ ਨਹੀਂ ਹੈ, ਉਹ ਭੁੱਖਾ ਹੈ। ਸਭ ਕੁਝ ਹੁੰਦਿਆਂ ਹੋਇਆ ਵੀ ਭੁੱਖਾ ਹੈ, ਕਿਉਂਕਿ ਸੰਤੋਖ ਉਹਦੀ ਜ਼ਿੰਦਗੀ 'ਚ ਨਹੀਂ ਆਇਆ। ਮਾਨਸਿਕ ਸੁਖ ਇੱਕ ਦੀ ਤਰ੍ਹਾਂ ਹੈ। ਇਸ ਨੂੰ ਅੱਧਾ ਕਰ ਦਈਏ ਜਾਂ 1/2 ਕਰ ਦਈਏ ਜਾਂ 1/4 ਕਰ ਦਈਏ, ਇਹ ਜਿੰਨਾ ਵੀ ਇਹਨੂੰ ਤਕਸੀਮ ਕਰਦੇ ਜਾਵਾਂਗੇ, ਉਹ ਉਨਾ ਹੀ ਉਹਦਾ ਮੂਲ ਘਟਦਾ ਜਾਏਗਾ। ਗੁਰਮਤਿ ਦਾ ਸੰਤੋਖ ਤੇ ਦੂਜਿਆਂ ਦੇ ਸੰਤੋਖ ਵਿੱਚ ਫਰਕ ਹੈ। ਪੱਛਮ ਦੇ ਵਿਦਵਾਨ ਜੋ ਗੱਲ ਕਰਦੇ ਹਨ, ਉਹ ਲਿਖਦੇ ਹਨ, ਕਿਸੇ ਦਸ਼ਾ ਤੇ ਸੰਤੋਖ ਕਰ ਲੈਣਾ ਆਪਣੇ ਆਪ ਨੂੰ ਬੁੱਤ ਬਣਾਉਣ ਦੇ ਬਰਾਬਰ ਹੈ। ਆਦਮੀ ਨੂੰ ਆਪਣੀਆਂ ਲੋੜਾਂ ਵਧਾਉਣੀਆਂ ਚਾਹੀਦੀਆਂ ਹਨ, ਉਹਨਾਂ ਦਾ ਖਿਆਲ ਹੈ। ਲੋੜਾਂ ਨਾਲ ਆਦਮੀ ਦੀ ਆਮਦਨੀ ਤੇ ਸੁੱਖ ਦੇ ਸਾਧਨ ਵਧਾਉਣ ਦੇ ਮਨੁੱਖ ਯਤਨ ਕਰੇਗਾ, ਤੇ ਲੋੜਾਂ ਵਧਾਏਗਾ ਤਾਂ ਯਤਨ ਕਰੇਗਾ। ਸੰਤੋਖ ਨੂੰ ਨਾ ਸਮਝ ਕਰਕੇ ਹੀ ਕੁਝ ਲੋਕਾਂ ਨੇ ਉਦਮ ਦੀ ਤੇ ਮਿਹਨਤ ਦੀ ਰਵਾਇਤ ਹੀ ਖਤਮ ਕਰ ਦਿੱਤੀ, ਔਰ ਜਿਨ੍ਹਾਂ ਨੇ ਇਹ ਰਵਾਇਤ ਖਤਮ ਕੀਤੀ, ਉਹ ਸਮਾਜਿਕ ਤੇ ਆਰਥਿਕ ਜੀਵਨ ਵਿੱਚ ਬਹੁਤ ਪਛੜ ਗਏ, ਬਹੁਤ ਪਿੱਛੇ ਰਹਿ ਗਏ। ਪੱਛਮ ਨੇ ਸੰਤੋਖ ਨੂੰ ਛੱਡ ਕੇ ਲੋੜਾਂ ਵਧਾ ਰਹੀਆਂ। ਹੁਣ ਤਾਂ ਸਾਡੇ ਮੁਲਕ ਵੀ ਉਹਨਾਂ ਵਿੱਚ ਸ਼ਾਮਲ ਹੋ ਗਏ, ਆਪਣੀਆਂ ਲੋੜਾਂ ਵਧਾ ਲਈਆਂ, ਜਿਸ ਕਰਕੇ ਲੜਾਈ ਝਗੜੇ, ਜਿਵੇਂ ਜਿਵੇਂ ਲੋੜਾਂ ਵਧਣ ਗਈਆਂ, ਮਨੁੱਖ ਦੀਆਂ ਵਾਸ਼ਨਾਵਾਂ ਵਧਣ ਗਈਆਂ, ਖਾਸ਼ਾਂ ਵਧਣ ਗਈਆਂ, ਫਿਰ ਲੜਾਈ ਝਗੜੇ ਜਨਮ ਲੈਣਗੇ। ਫਿਰ ਸਾਮਰਾਜੀ ਬਿਰਤੀਆਂ ਦਾ ਜਨਮ ਹੋਵੇਗਾ, ਪੂੰਜੀਵਾਦੀਆਂ ਦਾ ਜ਼ੋਰ ਵਧੇਗਾ। ਸਿੱਖ ਧਰਮ ਨੇ ਜੀਵਨ ਨੂੰ ਸਥਾਈ ਜਾਂ ਮਿਹਨਤਹੀਨ ਨਹੀਂ ਬਣਾਇਆ, ਬਲਕਿ ਇਸ ਧਰਮ ਨੇ ਧਰਮ ਦੀ ਕਿਰਤ ਕਰਨੀ ਦੱਸੀ ਹੈ। ਤ੍ਰਿਸ਼ਨਾ ਤੋਂ ਹੱਦੋਂ ਵੱਧ ਲੋੜਾਂ ਵਧਾ ਕੇ ਲੁੱਟ ਘਸੁੱਟ ਦਾ ਜੀਵਨ ਗੁਰੂ ਨਾਨਕ ਦੇ ਘਰ ਨੇ ਨਹੀਂ ਬਣਾਇਆ। ਗੁਰੂ ਨਾਨਕ ਦੇ ਘਰ ਨੇ ਤਾਂ ਸਤ ਸੰਤੋਖ ਰਹੋ ਜਨ ਭਾਈ, ਖਿਮਾ ਗਹੋ ਸਤਿਗੁਰ ਸ਼ਰਨਾਈ, ਆਤਮ ਚੀਨ ਪਰ ਆਤਮ ਚੀਨੋ, ਗੁਰ ਸੰਗਤ ਇਹ ਨਿਸਤਾਰਾ ਹੈ। ਮਾਰੂ ਰਾਗ ਦੇ ਇਹ ਬਚਨ ਹੈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਤੇ ਸਤਿਗੁਰੂ ਜੀ ਜਦੋਂ ਸੰਤੋਖ ਦੀ ਗੱਲ ਕਰਦੇ ਨੇ, ਬੜੀ ਖੂਬਸੂਰਤ ਉਦਾਹਰਨ ਦਿੰਦੇ ਹਨ ਕਿ ਮਨੁੱਖ ਦੀ ਬਿਰਤੀ ਕਿਹੋ ਜਿਹੀ ਹੈ। ਹਜ਼ਾਰਾਂ ਤੋਂ ਬਾਅਦ ਲੱਖਾਂ ਦੀ ਗਿਣਤੀ ਕਰਦਾ ਹੈ, ਤੇ ਲੱਖਾਂ ਤੋਂ ਬਾਅਦ ਕਰੋੜਾਂ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੰਦਾ ਹੈ। ਤੇ ਇਸ ਬਿਰਤੀ ਵਿੱਚ ਕਈ ਤਰ੍ਹਾਂ ਦੇ ਭੋਗ ਫਿਰ ਭੋਗਦਾ ਹੈ। ਜ਼ਹਿਰੀਲੇ ਜ਼ਹਿਰ ਰੂਪੀ ਭੋਗਾਂ ਨੂੰ ਭੋਗਦਾ ਰਹਿੰਦਾ ਹੈ।
पर फिर भी यदि तृप्ति नहीं होती, खप खप के मरदा है। क्यों? ये सुपने वर्गा, ये सुख थोड़ चिरा है। गुरु अर्जन देव महाराज सुखमणी की बाणी विच इन चीज़ों को बयान करते दसते हैं। सहज खटे लाखों उड़तावे, तृप्त ना आवे माया पाछे पावे। अर्घ भूग भिख्या के करे, नह तृप्तावे खप खप मरे। बिना संतोख नहीं को राजे, सुपर मनोरथ वृथे सब काजे। गुरमत का सिद्धांत यह है जो गुरु अर्जन देव महाराज ने सुखमणी की बाणी में दसिया। जिस तरह बलदी हुई अग विच तेल पा दईए, वो भांबड़ होर उच्चा हुंदा है, भखदा है। इसे तरह मनुखी इच्छावां जां कामनावां नूं तृप्त करन लई जितना जतन करांगे, होर वधदियां जाणगीਆਂ। संतोख नाल ही केवल मानसिक शांति हो सकती है। जिस कोल संतोख नहीं, उत्थे मानसिक शांति नहीं हो सकती। श्री शंकराचार्य ने जिहड़ी गल कही सी, अनुशेव परम पदम, अनुशित होना ही परम पदवी नूं प्राप्त करना है। गुरमत विच इच्छा नूं शुभ इच्छा बनाया है, कामनावां नूं शुभ कामना बनाया है, और तृष्णा भरे जीवन की थां संतोखी जीवन बनाया है। शेख सादी ने बहुत कमाल की गल लिखी है। गुफल चश्मे तंग दुनियादार राह, जा कनाए ते पुरकुंद जा खाके गोर। दुनियादार मनुख दियां तंग अखां दो चीज़ां नाल ही भर सकदियां हन, एक संतोख नाल, दूसरे कबर दी मिट्टी दे नाल। शेख सादी ने गल लिखी है। जब गुरु नानक देव महाराज सच्चे पातशाह जी बाबर नाल मुलाकात हुई, तो उन्हें को क्या, पातशाह मेरे तो कुछ मंग लो, तुसीं मेरे तो कुछ लै, मैनू कुछ मेरे तो कुछ लै लो। ते सतगुरु दा उत्तर सी, बाबर जिस तो तू मंगदा है असीं भी उस तो मंग लवांगे। छोटिया छोटिया गल्लां विचों मिलता कितना कुछ है। बाबर, गुरु नानक साहब कहने लगे, बाबर जिस तो तू मंगदा है असीं भी उस तो मंग लवांगे। वाहिगुरू दी बख्शी हुई दात दे शुक्रगुजार रहना, संजम ते संतोख दा जीवन बतीत करना गुरु बाबे ने सानू दस्या है। गुरमत दा यह मार्ग है संतोख दा। इस संतोख विच कोई लालच नहीं, गुरमत दे संतोख विच कोई डर नहीं, डरावा नहीं। गुरमत दे संतोख विच केवल तो केवल परमेश्वर का शुकराना है, उस प्रीतम का शुकराना है। गुरमत का संतोख आम दूजिया मतां दे नालों वर्खा ते फर्क है, निराला ते न्यारा है। अगला गुण है खिमा का। खिमा की है? अपने नाल वधीकी करने वाले नूं दंड देना ते माफ कर देना। ये सूरबीर ते ताकतवर पुरुषों का कर्म है, पर यह काम नहीं कर सकते, बुजदल ये काम नहीं कर सकते। बड़ी स्पष्ट गल समझा दी। सूरबीरा ते बली ताकतवर पुरुषों का एक गुण है, शक्ति हुंदियां किसी नूं माफ कर देना खिमा है। कमजोर होके चुप रह के बैठे रहना ये खिमा नहीं, ये बुजदली है।
बिल्कुल बुजदली है। ਸਰੀਰਕ ਦੀ ਤਾਕਤ ਇਸ ਤੋਂ ਨਾਪੀ ਜਾਂਦੀ ਹੈ ਕਿਉਂਕਿ ਆਤਮਿਕ ਕਿਤਨਾ ਮੋਟਾ ਤਾਜ਼ਾ ਹੈ, ਭਾਰ ਕਿੰਨਾ ਵੀ ਚੁੱਕ ਸਕਦਾ ਹੈ, ਪਰ ਆਤਮਿਕ ਬਲ ਇਸ ਤੋਂ ਜਿਹੜੀ ਅੱਗੇ ਉੱਠ ਕੇ ਗੱਲ ਹੈ, ਇੱਥੇ ਭਾਰ ਚੁੱਕਣ ਦੀ ਗੱਲ ਨਹੀਂ, ਇੱਥੇ ਹੈ ਭਾਰ ਕੌਣ ਕਿੰਨਾ ਬਰਦਾਸ਼ਤ ਕਰ ਸਕਦਾ ਹੈ। ਅਸਲ ਗੱਲ ਇਹ ਹੈ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਇਹਦਾ ਜ਼ਿਕਰ ਕਰਦੇ ਹਨ, ਦੱਸਦੇ ਹਨ, ਖਿਮਾ ਗਹੀ ਬ੍ਰਤ ਸੀਲ ਸੰਤੋਖੰ ਰੋਗ ਨਾ ਵਿਆਪੇ ਨਾ ਜਮ ਦੋਖੰ। ਆਪ ਜਿਸ ਨੂੰ ਖਿਮਾ ਸੀਲ ਤੇ ਸੰਤੋਖ ਧਾਰਨ ਕੀਤਾ, ਜਿਨ੍ਹਾਂ ਨੇ ਸਹੀ ਵਰਤ ਰੱਖਿਆ, ਅਸਲ ਵਿੱਚ ਸੰਤੋਖ ਤੇ ਸੰਜਮ ਨੂੰ ਧਾਰਨ ਕਰਨਾ ਹੀ ਵਰਤ ਹੈ। ਅਸਲ ਉਹੀ ਵਰਤ ਹੈ। ਔਰ ਐਸੇ ਵਿਅਕਤੀ ਨੂੰ ਜਿਹਨੇ ਇਸ ਸਿਧਾਂਤ ਨੂੰ ਸਮਝ ਲਿਆ, ਉਹਨੂੰ ਸਮਝ ਆ ਗਈ ਕਿ ਸੀਲ ਸੰਤੋਖ ਖਿਮਾ ਇਹ ਸਾਡੇ ਮੁੱਢਲੇ ਗੁਣ ਹਨ। ਸੰਤੋਖ ਤੋਂ ਵੱਧ ਕੇ ਕੋਈ ਸੁੱਖ ਨਹੀਂ ਹੈ, ਖਿਮਾ ਤੋਂ ਵੱਧ ਕੇ ਕੋਈ ਤਪ ਨਹੀਂ ਹੈ, ਸੰਤੋਖ ਤੋਂ ਵੱਧ ਕੇ ਕੋਈ ਸੁੱਖ ਵੀ ਨਹੀਂ ਹੈ। ਕਬੀਰ जहाँ ज्ञात धर्म है, जह झूठ तय पाप, जहाँ लोभ तय काल है, जहाँ खिमा तय आप। गुरमत का यह संदेशा है। गुरमत का संतोख जिहड़ा है, ये दूजियां नालों अलग स्थान रखता है। इस संतोख के विचों ही मनुखता के अंदर लाग लगनी शुरू होती है। असी अगला विचार करते हैं निमरता। जिस तरह किसी दरख्त दीयां टाहनियां जदों फल लगता है तो नीवियां हो जांदियां हन, इसी तरह शक्ति ते शुभ गुणां दे हुंदियां होया मन करके नीवे होना ही सब तो वड्डी निमरता है, ਜਿਹੜਾ ਅੱਜ ਸਾਡੇ ਵਿੱਚ ਅਲੋਪ ਹੁੰਦਾ ਜਾ ਰਿਹਾ ਹੈ। ਇਹ ਸਾਡੇ ਜੋ ਇਸ ਰਾਤ ਅਲੋਪ ਹੁੰਦਾ ਜਾ ਰਿਹਾ ਹੈ। ਜਿਸ ਤਰ੍ਹਾਂ ਮੀਂਹ ਦਾ ਪਾਣੀ ਟਿੱਬਿਆਂ ਤੇ ਨਹੀਂ ਟਿਕਦਾ, ਆਪਣੀ ਪੱਧਰ ਨੂੰ ਬਰਾਬਰ ਰੱਖਣ ਵਾਲੀ ਥਾਂ ਤੇ ਜਾ ਕੇ ਆਪਣਾ ਟਿਕਾਣਾ ਬਣਾ ਲੈਂਦਾ ਹੈ, ਜਾਂ ਆਪਣੇ ਤੋਂ ਨੀਵੀਂ ਥਾਂ ਤੇ ਜਾ ਕੇ ਠਹਿਰਦਾ ਹੈ, ਇਸੇ ਤਰ੍ਹਾਂ ਹੀ ਸ਼ੁਭ ਗੁਣ ਉਸ ਆਦਮੀ ਦੇ ਹਿਰਦੇ ਵਿੱਚ ਵਸਦੇ ਹਨ, ਨਿਵਾਸ ਕਰਦੇ ਹਨ, ਜਿਸ ਵਿੱਚ ਨਿਮਰਤਾ ਹੁੰਦੀ ਹੈ। ਨਿਮਰਤਾ ਇੱਕ ਬਹੁਤ ਵੱਡਾ ਗੁਣ ਹੈ। ਟੂਟ ਪ੍ਰੀਤ ਗਈ ਬੁਰ ਬੋਲ, ਟੂਟ ਪ੍ਰੀਤ ਗਈ ਬੁਰ ਬੋਲ। ਭੈੜੇ ਬੋਲ ਬੋਲਦਿਆਂ ਹੀ ਉਸ ਵਾਹਿਗੁਰੂ ਨਾਲ ਪ੍ਰੀਤ ਟੁੱਟ ਜਾਂਦੀ ਹੈ। ਨਿਮਰਤਾ ਨਹੀਂ ਸਿਖਾਉਂਦੀ ਕਿਸੇ ਦੀ ਦਸਤਾਰ ਲਾ ਦੇਣੀ। ਇੱਥੇ ਤਾਂ ਮਨ ਕਰਕੇ ਨੀਵਾ ਹੋਣ ਦੀ ਗੱਲ ਕੀਤੀ ਗਈ ਹੈ। ਸ਼ਕਤੀ ਤੇ ਸ਼ੁਭ ਗੁਣਾਂ ਦੇ ਹੁੰਦਿਆਂ ਸੋਨੇ ਵੀ ਮਨ ਨੂੰ ਨੀਵਾ ਰੱਖਣਾ, ਉਹ ਸਾਡੀ ਨਿਮਰਤਾ ਹੈ। ਨਿਮਰਤਾ ਦਾ ਅਰਥ ਇਹ ਨਹੀਂ ਕਿ ਆਦਮੀ ਆਪਣੀ ਇੱਜ਼ਤ, ਆਪਣਾ ਮਾਨ, ਸਵੈਮਾਨ ਨਾ ਰੱਖਦਾ ਹੋਵੇ। ਸਵੈਮਾਨ, ਤਾਕਤ ਤੇ ਉੱਤਮ ਗੁਣਾਂ ਦੇ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਨਿਮਰਤਾ ਵਿੱਚ ਰਹਿਣ ਦਾ ਸੰਦੇਸ਼ਾ ਦੇਣਾ ਹੀ ਸਭ ਤੋਂ ਵੱਡੀ ਨਿਮਰਤਾ ਹੈ। ਸਭ ਤੋਂ ਵੱਡੀ ਨਿਮਰਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਰੀਰ ਦੇ ਸਾਰੇ ਅੰਗਾਂ ਵਿੱਚੋਂ ਸਿਰ ਉੱਚਾ ਹੈ, ਸਾਰੀਆਂ ਉਂਗਲਾਂ ਵਿੱਚੋਂ ਉੱਚੀ ਉੱਚੀ ਨਿੱਕੀ ਹੈ। ਛਾਪ ਉਸ ਨੂੰ ਪਾਈ ਜਾਂਦੀ ਹੈ। ਇਸ ਤਰ੍ਹਾਂ ਜੋ ਪੁਰਸ਼ ਨਿਮਰ ਹੁੰਦੇ ਹਨ, ਉਹਨਾਂ ਨੂੰ ਹੀ ਮਾਨ ਮਿਲਦਾ ਹੈ। ਇਹ
सिद्धांतिक तौर पे एक निमरता ऐसी कहानी है, ऐसी चीज है जिहड़ी साडे अंदर होनी चाहिए है। जिवें जिवें दरख्तां नूं फल लगदे हन, ਉਹਦੀ ਟਾਹਣੀ ਝੁਕਣੀ ਸ਼ੁਰੂ ਹੋ ਜਾਂਦੀ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦੀ ਗੱਲ ਸਾਨੂੰ ਆਸਾ ਕੀ ਬਾਹਰ ਨੇ ਸਮਝਾਈ। ਦੋ ਉਦਾਹਰਨਾਂ ਦਿੱਤੀਆਂ, ਇੱਕ ਪਾਸੇ ਸਿਮਲ ਦੀ ਹੈ, ਹਉਮੈ ਵਾਲਿਆਂ ਦੀ ਹੈ, ਦੂਜੇ ਪਾਸੇ ਨਿਮਰਤਾ ਦੀ ਹੈ। ਇੱਕ ਉਹਨਾਂ ਦੀ ਹੈ ਜੋ ਮਾਨ ਹੁੰਦੇ ਹੋਏ ਨਿਮਾਣਾ, ਤਾਨ ਹੁੰਦੇ ਹੋਏ ਨਿਤਾਣਾ ਦੀ ਅਵਸਥਾ 'ਚ ਵਿਚਰਦੇ ਹਨ। ਇੱਕ ਉਹ ਉਹਨਾਂ ਦੀ ਉਦਾਹਰਨ ਹੈ, ਇੱਕ ਉਹਨਾਂ ਦੀ ਉਦਾਹਰਨ ਹੈ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਬਾਣੀ ਨੇ ਬਾਰ-ਬਾਰ ਬਿਆਨ ਕੀਤਾ ਹੈ, ਜਿਹੜੇ ਆਪਣੇ ਤੋਂ ਥੱਲੇ ਨੂੰ ਝਾਤ ਮਾਰਦੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਜੋ ਸਾਨੂੰ ਸਿੱਖਿਆ ਦਿੱਤੀ ਉਹ ਹੈ ਝੁਕਣ ਦੀ, ਤੇ ਝੁਕਦਾ ਉਹ ਹੈ। ਮੈਂ ਬੇਨਤੀ ਕਰਾਂ, ਲੋਹੇ ਨੂੰ ਲੋਹਾਰ ਭੱਠੀ ਵਿੱਚ ਗਰਮ ਕਰਦਾ ਹੈ, ਤੇ ਉਸ ਗਰਮ ਹੋਏ ਲੋਹੇ ਨੂੰ ਜਦੋਂ ਸੱਟ ਮਾਰਦੀ ਉਦੋਂ ਉਹ ਮੁੜਦਾ ਹੈ, ਉਦੋਂ ਉਹ ਝੁਕਦਾ ਹੈ। ਤੇ ਜਦੋਂ ਜਿੱਥੇ ਗੁਰੂ ਦੇ ਸ਼ਬਦ ਦਾ ਸੱਟ ਵੱਜਦੀ ਹੈ, ਜਿੱਥੇ ਗੁਰੂ ਉਸ ਲੋਹੇ ਨੂੰ ਗਰਮ ਕਰਦਾ ਤੇ ਸ਼ਬਦ ਦੀਆਂ ਸੱਟਾਂ ਮਾਰਦਾ ਹੈ, ਉਹਦੇ ਵਿੱਚੋਂ ਹੀ ਝੁਕਣ ਦਾ ਸੁਭਾਅ ਪੈਦਾ ਹੁੰਦਾ ਹੈ। ਤੇ ਹੈ ਬੜਾ ਔਖਾ, ਗੱਲ ਬੜੀ ਔਖੀ ਹੈ, ਗੱਲ ਸੌਖੀ ਨਹੀਂ। ਇੱਥੇ ਨਿਵਨ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਾਵੀ ਕੰਤ ਦੀ ਗੱਲ ਕੀਤੀ ਗਈ ਹੈ। ਇੱਥੇ ਗੁਣਾਂ ਦਾ ਹੋਣਾ ਜ਼ਰੂਰੀ ਹੈ। ਜਿਹੜੇ ਗੁਣਾਂ ਦੀ ਗੱਲ ਸਤਿਗੁਰੂ ਨੇ ਬਾਰ-ਬਾਰ ਬਾਣੀ ਵਿੱਚ ਦੱਸੀ, ਸਿਮਲ ਦੀ ਉਦਾਹਰਨ ਦੇ ਕੇ, ਪੰਛੀਆਂ ਦੀ ਉਦਾਹਰਨ ਦੇ ਕੇ, ਫਲਾਂ ਦੀ ਫੁੱਲਾਂ ਦੀ ਉਹਦੇ ਫਲਾਂ ਫੁੱਲਾਂ ਦੀ ਉਦਾਹਰਨ ਦੇ ਕੇ ਇਹੋ ਗੱਲ ਸਮਝਾਈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਨਿਵੇਂ ਸੁਗੋਰਾ ਹੋਏ। ਇੱਥੇ ਇਹ ਗੱਲ ਸਮਝਾਈ, ਨਿਉ ਜਾਣ ਵਾਲਾ ਹੀ ਗੋਰਾ ਹੁੰਦਾ ਹੈ। ਭਾਵ ਨਿਉ ਜਾਣ ਵਾਲਾ ਮਨ ਕਰਕੇ ਨਿਮਰਤਾ ਦੇ ਵਿੱਚ ਆ ਜਾਣ ਵਾਲਾ ਹੀ ਅਸਲ ਵਿੱਚ ਗੁਰਮਤਿ ਦਾ ਅਸਲੀ ਪਾਂਧੀ ਹੈ, ਅਸਲੀ ਪਾਂਧੀ ਬਣ ਸਕਦਾ ਹੈ। ਜੀਵਨ ਦੇ ਇਸ ਪਹਿਰ ਵਿੱਚੋਂ ਗੁਜ਼ਰਦਿਆਂ ਹੋਇਆਂ ਸਾਡੀ ਬੋਲੀ ਵਿੱਚ, ਸਾਡੇ ਬੋਲਾਂ ਵਿੱਚ, ਸਾਡੀ ਵੇਖਣ ਵਿੱਚ, ਸਾਡੇ ਸੁਭਾਅ ਵਿੱਚ ਇਹਦਾ ਹੋਣਾ ਬੜਾ ਜ਼ਰੂਰੀ ਹੈ। ਜੇ ਸਾਡੀ ਬੋਲੀ ਵਿੱਚ, ਸਾਡੇ ਸੁਭਾਅ ਵਿੱਚ, ਸਾਡੇ ਵੇਖਣ ਵਿੱਚ ਇਹ ਚੀਜ਼ਾਂ ਪ੍ਰਗਟ ਨਹੀਂ ਹੁੰਦੀਆਂ ਤਾਂ ਫਿਰ ਕਿਤੇ ਨਾ ਕਿਤੇ ਕਮੀ ਜ਼ਰੂਰ ਹੈ। ਕਸੂਰ ਬਣਾਉਣ ਵਾਲੇ ਦਾ ਨਹੀਂ, ਕਸੂਰ ਬਣਨ ਵਾਲੇ ਦਾ ਹੈ, ਜਿਸ ਨੇ ਆਪਣੇ ਆਪ ਨੂੰ ਘੜਿਆ ਨਹੀਂ, ਜਿਸ ਨੇ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਨਹੀਂ ਕੀਤਾ। ਇਤਿਹਾਸ ਤਾਂ ਇਹ ਵੀ ਗੱਲ ਕਹਿੰਦਾ ਹੈ ਕਿ ਸਿੱਖ ਦੀ ਨਜ਼ਰ ਵਿੱਚ ਦੁਸ਼ਮਣ ਤੇ ਮਿੱਤਰ ਵਿੱਚ ਕੋਈ ਫਰਕ ਨਹੀਂ। ਇੱਥੇ ਵੈਰੀ ਮੀਤ ਸਮਾਨ ਦੀ ਗੱਲ ਕਹੀ। ਉਹ ਨਿਮਰਤਾ ਹੈ ਜਦੋਂ ਭਾਈ ਕਨ੍ਹਈਆ ਜੰਗ ਦੇ ਮੈਦਾਨ ਵਿੱਚ ਆਪਣੇ ਸਿੱਖਾਂ ਦੇ ਨਾਲ ਦੁਸ਼ਮਣ ਨੂੰ ਵੀ ਪਾਣੀ ਪਿਲਾ ਰਿਹਾ ਹੈ। ਤੇ ਜਦੋਂ ਸ਼ਿਕਾਇਤ ਹੋਈ ਤੇ ਹਜ਼ੂਰ ਨੂੰ ਇਹ ਦੱਸਿਆ, ਭਾਈ ਕਨ੍ਹਈਆ ਜੀ ਤੁਹਾਡੀ ਸ਼ਿਕਾਇਤ ਹੈ? ਕਹਿੰਦੇ ਹਾਂ, ਮੈਂ ਕਿਸੇ ਦੁਸ਼ਮਣ ਨੂੰ ਨਹੀਂ, ਮੈਂ ਇਨਸਾਨ ਨੂੰ ਪਾਣੀ ਪਿਲਾ ਰਿਹਾ ਸਾਂ। ਦੁਸ਼ਮਣ ਉਨੀ ਦੇਰ ਤੱਕ ਹੈ ਜਦ ਤੱਕ ਉਹ ਜੰਗ ਦੇ ਮੈਦਾਨ ਵਿੱਚ ਸਾਡੇ ਨਾਲ ਲੜਦਾ ਹੈ, ਪਰ ਜਦੋਂ ਜੰਗੇ ਮੈਦਾਨ ਤੋਂ ਉਹ ਤਲਵਾਰ ਦਾ ਵਾਰ ਖਾ ਕੇ ਡਿੱਗ ਜਾਵੇ ਫਿਰ ਉਹ ਦੁਸ਼ਮਣ ਨਹੀਂ ਹੁੰਦਾ, ਇਨਸਾਨ ਹੁੰਦਾ ਹੈ। ਇਹ ਹੈ ਨਿਮਰਤਾ ਜਿਹੜੀ ਗੁਰੂ ਜੀ ਨੇ ਦੱਸੀ। ਔਰ ਇਹੋ ਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸਮਝਾਈ ਸੀ ਜਦੋਂ ਧੀਰਮਲ ਨੇ ਗੋਲੀ ਚਲਾਈ ਤੇ ਮੱਖਣ ਸ਼ਾਹ ਉਹਨੂੰ ਬੰਨ੍ਹ ਕੇ ਲਿਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਕਿਹਾ, ਮਹਾਰਾਜ ਦੱਸੋ ਇਹਨੂੰ ਕੀ ਸਜ਼ਾ ਦਈਏ? ਤੇ ਗੁਰੂ ਤੇਗ ਬਹਾਦਰ ਕਹਿੰਦੇ ਇਸਨੂੰ ਮਾਫ ਕਰ ਦਿੱਤਾ ਜਾਏ।
ਕਿਸੇ ਨੂੰ ਕਿਸੇ ਦੀ ਭੁੱਲ ਦਾ ਅਹਿਸਾਸ ਕਰਾਉਣਾ ਹੀ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ। ਇਹ ਹੈ ਨਿਮਰਤਾ ਦੀ ਹੱਦ। ਉਹ ਨਿਮਰਤਾ ਹੈ ਜਿੱਥੇ ਬਾਬਾ ਅਮਰਦਾਸ ਜੀ ਦੇ ਉਸ ਬੁੱਢੇ ਸਰੀਰ ਨੂੰ ਠੁੱਡਾ ਮਾਰਨ ਤੇ ਵੀ ਕੋਈ ਦੁੱਖ ਨਾ ਪਹੁੰਚਿਆ ਹੋਵੇ। ਉਹ ਨਿਮਰਤਾ ਹੈ। ਉੱਥੇ ਨਿਮਰਤਾ ਦੀ ਗੱਲ ਕੀਤੀ ਗਈ ਹੈ। ਕੇਵਲ ਦਿਖਾਵੇ ਦੀ ਨਿਮਰਤਾ ਗੁਰਮਤਿ ਨੇ ਪ੍ਰਵਾਨ ਨਹੀਂ ਕੀਤੀ। ਇਹ ਸ਼ੁਭ ਗੁਣ ਦਇਆ ਦਾ, ਸੰਤੋਖ ਦਾ, ਨਿਮਰਤਾ ਦਾ, ਇਹ ਸਿੱਖੀ ਦੇ ਜੀਵਨ ਦੇ ਧੁਰੇ ਹਨ। ਇਹਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਨੂੰ ਅਸੀਂ ਲੋਕ ਪਰਲੋਕ ਸੁਹੇਲਾ ਕਰ ਸਕਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਕਾਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।